ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਕਲਪਨਾ ਮੌਰਿਆ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜਿਹੜੇ ਹੈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸੜਕ ਧੱਸਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਤੇ ਇਸ ਟਾਈਮ ਲੁਧਿਆਣਾ ਦੇ ਹੀ ਦੀਪਨਗਰ ਇਲਾਕੇ ਦੇ ਵਿੱਚ ਮੌਜੂਦ ਹਾਂ, ਜਿੱਥੇ ਸੜਕ ਧੱਸਣ ਕਰਕੇ ਜਦ ਬੱਸ ਗੁਜ਼ਰੀ ਹੈ ਉਸ ਤੋਂ ਬਾਅਦ ਸੜਕ ਧੱਸ ਜਾਂਦੀ ਹੈ, ਜਿਸ ਤੋਂ ਬਾਅਦ ਜਿਹੜੇ ਐਕਟਿਵਾ ਸਵਾਰ ਜਿਹੜੇ ਬੱਚੇ ਹੁੰਦੇ ਆ ਉਹ ਇਸ ਗੱਡੇ ਦੇ ਵਿੱਚ ਡਿੱਗ ਜਾਂਦੇ ਆ। ਤੇ ਇਸ ਚੀਜ਼ ਨੂੰ ਲੈ ਕੇ ਜੋ ਲਗਾਤਾਰ ਗੱਲ ਹੋ ਰਹੀ ਹੈ ਕਿ ਸੜਕ ਧੱਸਣ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ, ਪਰ ਨਗਰ ਨਿਗਮ ਲਗਾਤਾਰ ਜਿਹੜਾ ਹੈ ਨੀਂਦ ਦੇ ਵਿੱਚ ਨਜ਼ਰ ਆ ਰਿਹਾ ਹੈ। ਨਗਰ ਨਿਗਮ ਲਗਾਤਾਰ ਸੁੱਤਾ ਨਜ਼ਰ ਆ ਰਿਹਾ ਹੈ ਕਿਉਂਕਿ ਨੋਟਿਸ ਤਾਂ ਭੇਜ ਦਿੱਤੇ ਜਾਂਦੇ ਆ ਪਰ ਜ਼ਮੀਨੀ ਪੱਧਰ ਤੇ ਕਾਰਵਾਈ ਜਿਹੜੀ ਹੈ ਕੋਈ ਨਹੀਂ ਹੁੰਦੀ। ਬਿਲਕੁਲ ਉਸੇ ਚੀਜ਼ ਨੂੰ ਲੈ ਕੇ ਜੇ ਅਸੀਂ ਗੱਲ ਕਰੀਏ, ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਸੜਕ ਧੱਸਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਤੇ ਉਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ 10 ਸਾਲ ਦੇ ਵਿੱਚ 10 ਜਗ੍ਹਾ ਤੇ ਧੱਸੀਆਂ ਨੇ ਸੜਕਾਂ ਤੇ, ਪਰ ਕਾਰਵਾਈ ਜਿਹੜੀ ਹੈ ਜ਼ੀਰੋ ਹੋਈ ਹੈ। ਜੀ ਹਾਂ, 2011 ਦੇ ਵਿੱਚ ਕਾਕਾ ਮੈਰਿਜ ਪੈਲੇਸ ਰੋਡ ਤੇ ਇੱਕ ਵੱਡਾ ਹਿੱਸਾ ਜਿਹੜਾ ਹੈ ਧੱਸਣ ਕਰਕੇ, ਸੜਕ ਧੱਸਣ ਕਰਕੇ ਟਰੱਕ ਚਾਲਕ ਦੀ ਮੌਤ ਹੋ ਗਈ ਸੀ, ਪਰ ਕਾਰਵਾਈ ਜਿਹੜੀ ਹੈ ਉਸ ਤੋਂ ਬਾਵਜੂਦ ਕੋਈ ਨਹੀਂ ਹੋਈ। 2013 ਦੇ ਵਿੱਚ ਇਸੇ ਸੜਕ ਤੇ ਜਿਹੜੀ ਹੈ ਧਾਮੀ ਆਈ ਹਸਪੀਟਲ ਦੇ ਕੋਲ 90 ਫੀਟ ਲੰਬਾ ਤੇ 8 ਫੀਟ ਜਿਹੜਾ ਹੈ ਗਹਿਰਾ ਡੂੰਘਾ ਜਿਹੜਾ ਹੈ ਗੱਡਾ ਬਣ ਗਿਆ ਸੀ। 2014 ਦੇ ਵਿੱਚ ਧਾਮੀ ਹਸਪਤਾਲ ਦੇ ਕੋਲ ਸੜਕ ਦਾ ਹਿੱਸਾ ਟੁੱਟ ਜਾਣ ਕਰਕੇ ਇੱਕ ਜਿਹੜਾ ਹੈ ਟਰੱਕ ਫਸ ਗਿਆ ਸੀ। 2014 ਦੇ ਵਿੱਚ ਚੰਡੀਗੜ੍ਹ ਰੋਡ ਤੇ ਇੱਕ ਹੋਟਲ ਦੇ ਕੋਲ ਜਿਹੜਾ ਹੈ 20 ਫੀਟ ਲੰਬਾ ਤੇ 6 ਫੁੱਟ ਗਹਿਰਾ ਜਿਹੜਾ ਹੈ ਗੱਡਾ ਜਿਹੜਾ ਹੈ ਉਹ ਬਣ ਗਿਆ ਸੀ। 2015 ਦੇ ਵਿੱਚ ਚੰਡੀਗੜ੍ਹ ਰੋਡ ਤੇ USPC ਜੈਨ ਸਕੂਲ ਦੇ ਕੋਲ 20 ਫੁੱਟ ਗਹਿਰਾ ਜਿਹੜਾ ਹੈ ਗੱਡਾ ਜਿਹੜਾ ਉੱਥੇ ਵੀ ਹੋ ਗਿਆ ਸੀ। ਉਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ 2017 ਦੇ ਵਿੱਚ ਕੋਚਰ ਮਾਰਕੀਟ ਚੌਰਾਹੇ ਦੇ ਕੋਲ ਸੜਕ ਦਾ ਹਿੱਸਾ ਡਿੱਗਣ ਕਰਕੇ ਇੱਕ ਸਕੂਲ ਬੱਸ ਜਿਹੜੀ ਹੈ ਗੱਡੇ ਦੇ ਵਿੱਚ ਫਸ ਗਈ ਸੀ। ਤੇ ਇਸ ਤੋਂ ਇਲਾਵਾ ਜੇਕਰ 2019 ਦੀ ਗੱਲ ਕਰੀਏ, 2019 ਦੇ ਵਿੱਚ ਜਮਾਲਪੁਰ ਚੌਂਕ ਦੇ ਕੋਲ ਚੰਡੀਗੜ੍ਹ ਰੋਡ ਦਾ ਹਿੱਸਾ ਦੋਨੋਂ ਸਾਈਡਾਂ ਤੋਂ ਜਿਹੜਾ ਹੈ ਧੱਸ ਗਿਆ ਸੀ। 2020 ਨੂੰ ਕਾਕਾ ਮੈਰਿਜ ਪੈਲੇਸ ਧਾਮੀ ਆਈ ਹਸਪੀਟਲ ਰੋਡ ਦੇ ਕੋਲ ਸੱਗੂ ਚੌਕ ਦੇ ਕੋਲ ਸੜਕ ਦਾ ਇੱਕ ਹਿੱਸਾ ਧੱਸਿਆ। ਉਸ ਤੋਂ ਇਲਾਵਾ 2021 ਦੇ ਵਿੱਚ ਮਾਡਲ ਟਾਊਨ ਐਕਸਟੈਂਸ਼ਨ ਰੋਡ ਵੀ ਜਿਹੜੀ ਹੈ ਉਹ ਵੀ ਧੱਸੀ। ਤੇ ਉਸ ਤੋਂ ਇਲਾਵਾ 24 ਅਕਤੂਬਰ 2021 ਯਾਨੀ ਕਿ ਹੈਬੋਵਾਲ ਦੇ ਵਿੱਚ ਸੜਕ ਜਿਹੜੀ ਹੈ ਮਿੱਟੀ ਧੱਸਣ ਕਰਕੇ ਕਾਰ ਜਿਹੜੀ ਉਸ ਦੇ ਵਿੱਚ ਜਾ ਡਿੱਗੀ। ਤੇ ਪਿਛਲੇ 10 ਸਾਲਾਂ ਦੇ ਵਿੱਚ 10 ਜਗ੍ਹਾ ਸੜਕਾਂ ਧੱਸੀਆਂ, ਪਰ ਕਾਰਵਾਈ ਜਿਹੜੀ ਹੈ ਉਹ ਹਲੇ ਤੱਕ ਜ਼ੀਰੋ ਹੋਈ ਹੈ। ਤੇ ਜੇਕਰ ਹੁਣ ਮੈਂ ਦੀਪਨਗਰ ਦੇ ਇਸ ਹਾਦਸੇ ਦੀ ਗੱਲ ਕਰਾਂ ਕਿ ਦੀਪਨਗਰ ਦੇ ਵਿੱਚ ਜੋ ਸੜਕ ਧੱਸੀ ਹੈ, ਐਕਟਿਵਾ ਸਵਾਰ ਬੱਚੇ ਇਸ ਦੇ ਵਿੱਚ ਡਿੱਗ ਜਾਂਦੇ ਨੇ ਤੇ ਜਦ ਘਟਨਾ ਦੀ ਸੂਚਨਾ ਮਿਲਦੀ ਹੈ ਤੇ ਮੌਕੇ ਤੇ ਨਗਰ ਨਿਗਮ ਦੇ ਅਧਿਕਾਰੀ ਸੜਕ ਧੱਸਣ ਦੇ ਕਾਰਨਾਂ ਦੀ ਜਾਂਚ ਜਿਹੜੀ ਹੈ ਉਹਨਾਂ ਵੱਲੋਂ ਸ਼ੁਰੂ ਕਰ ਦਿੱਤੀ ਜਾਂਦੀ ਹੈ। ਸ਼ੁਰੂਆਤੀ ਜਾਂਚ ਦੇ ਵਿੱਚ ਇਸ ਦਾ ਕਾਰਨ ਜਿਹੜਾ ਹੈ ਸੜਕ ਦੇ ਥੱਲੇ ਗੁਜ਼ਰਨ ਵਾਲੀ ਸੀਵਰੇਜ ਤੇ ਵਾਟਰ ਲਾਈਨ ਨੂੰ ਸਮਝਿਆ ਜਾ ਰਿਹਾ ਹੈ। ਤੇ ਉਸ ਤੋਂ ਇਲਾਵਾ ਇਸ ਹਾਦਸੇ ਲਈ ਇਲਾਕੇ ਦੇ ਨਿਗਮ ਐਕਸੀਐਨ SDO ਤੇ JE ਨੂੰ ਵੀ ਜਿਹੜਾ ਹੈ ਜਵਾਬ ਤਲਬੀ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਪਰ ਗੱਲ ਫਿਰ ਉੱਥੇ ਹੋ ਜਾਂਦੀ ਹੈ ਕਿ ਨਗਰ ਨਿਗਮ ਜਦ ਨੀਂਦ ਤੋਂ ਜਾਗਦਾ ਹੈ, ਨੋਟਿਸ ਜਾਰੀ ਕਰ ਦਿੱਤੇ ਜਾਂਦੇ, ਪਰ ਉਸ ਤੋਂ ਬਾਅਦ ਕਾਰਵਾਈ ਫਿਰ ਜਿਹੜੀ ਹੈ ਕੁਝ ਨਹੀਂ ਹੁੰਦੀ। ਤੇ ਇਸੇ ਤਰੀਕੇ ਦੇ ਹਾਦਸੇ ਜਿਹੜੇ ਨੇ ਪਿਛਲੇ ਕੁਝ ਦਿਨਾਂ ਤੋਂ, ਪਿਛਲੇ ਕੁਝ ਮਹੀਨਿਆਂ ਤੋਂ, ਤੇ ਜੇਕਰ ਪਿਛਲੇ 10 ਸਾਲਾਂ ਦਾ ਵੀ ਡੇਟਾ ਦੇਖਿਆ ਜਾਵੇ ਤੇ ਲਗਾਤਾਰ ਹਾਦਸੇ ਵਾਪਰ ਰਹੇ ਨੇ ਸ਼ਹਿਰ ਦੇ ਵਿੱਚ, ਪਰ ਉਸ ਦੇ ਬਾਵਜੂਦ ਕਾਰਵਾਈ ਜਿਹੜੀ ਹੈ ਕੋਈ ਵੀ ਹੁੰਦੀ ਨਹੀਂ ਦੇਖਣ ਨੂੰ ਮਿਲ ਰਹੀ ਹੈ। ਤੇ ਜੇਕਰ ਦੀਪਨਗਰ ਦੀ ਇਸ ਸੜਕ ਦੀ ਗੱਲ ਕਰਾਂ ਤੇ ਇਸ ਸੜਕ ਨੂੰ ਵੀ ਪਹਿਲਾਂ ਜਿਹੜਾ ਹੈ ਇੱਥੇ ਪਹਿਲਾਂ ਪ੍ਰੀਮਿਕਸ ਸੜਕ ਹੁੰਦੀ ਸੀ, ਉਹ ਜਿਹੜੀ ਧੱਸੀ ਤੇ ਜਾਂਚ ਦੀ ਬਜਾਏ ਬਿਲਕੁਲ ਜਾਂਚ ਨਹੀਂ ਹੋਈ ਤੇ ਸਿੱਧਾ ਜਿਹੜਾ ਹੈ ਸੀਮੈਂਟਡ ਕੰਕਰੀਟ ਦੀ ਜਿਹੜੀ ਹੈ ਰੋਡ ਬਣਾਤੀ ਤੇ ਹੁਣ ਜਿਹੜੀ ਹੈ ਰੋਡ 12 ਫੁੱਟ ਜਿਹੜੀ ਹੈ ਧੱਸ ਚੁੱਕੀ ਹੈ। ਤੇ ਪੇਪਰ ਦੇਣ ਜਾ ਰਹੇ ਸੀ ਐਕਟਿਵਾ ਸਵਾਰ ਜਿਹੜੇ ਭੈਣ ਭਰਾ ਸੀ ਤੇ ਉਹ ਇਸ ਸੜਕ ਦੇ ਇਸ ਜਿਹੜੇ ਇਹ ਡੂੰਘਾ ਜਿਹੜਾ ਗੱਡਾ ਹੋ ਜਾਂਦਾ ਉਸ ਦੇ ਵਿੱਚ ਜਿਹੜੇ ਉਹ ਡਿੱਗ ਜਾਂਦੇ ਹੈ। ਤੇ ਇਸੇ ਚੀਜ਼ ਨੂੰ ਲੈ ਕੇ ਲਗਾਤਾਰ ਗੱਲ ਹੋ ਰਹੀ ਹੈ ਕਿ ਜੇਕਰ ਕੁਝ ਇਹੋ ਜਿਹੇ ਹਾਦਸੇ ਵਾਪਰਦੇ ਨੇ ਤੇ ਉਸ ਦੀ ਜ਼ਿੰਮੇਵਾਰੀ ਕੌਣ ਲਏਗਾ, ਕਿਉਂਕਿ ਪਹਿਲਾਂ ਵੀ ਜਦ ਇਹੋ ਜਿਹੇ ਸੜਕਾਂ ਤੇ ਹਾਦਸੇ ਹੋਏ ਨੇ, ਲੋਕਾਂ ਦੀ ਮੌਤ ਹੋਈ ਹੈ, ਤੇ ਉਸ ਦੀ ਜ਼ਿੰਮੇਵਾਰੀ ਕੌਣ ਲਏਗਾ? ਕਿਉਂਕਿ ਸਿਰਫ ਕਹਿ ਦਿੱਤਾ ਜਾਂਦਾ ਹੈ ਕਿ ਨੋਟਿਸ ਜਾਰੀ ਕੀਤੇ ਹੋਏ ਨੇ, ਨੋਟਿਸ ਜਾਰੀ ਕਰਕੇ ਜਾਂਚ ਪਤਾ ਨਹੀਂ ਸ਼ੁਰੂ ਹੋ ਜਾਂਦੀ ਹੈ, ਸ਼ੁਰੂਆਤੀ ਜਾਂਚ ਦੀ ਵੀ ਗੱਲ ਕਹਿ ਦਿੱਤੀ ਜਾਂਦੀ ਹੈ, ਪਰ ਜ਼ਮੀਨੀ ਪੱਧਰ ਤੇ ਕਿਸੇ ਤੇ ਵੀ ਜਿਹੜੀ ਹੈ ਕਾਰਵਾਈ ਨਹੀਂ ਹੁੰਦੀ ਨਜ਼ਰ ਆਉਂਦੀ ਕਿ ਆਖਿਰਕਾਰ ਗਲਤੀ ਕਿਸ ਦੀ ਸੀ। ਫਿਰ ਉਹ ਗੱਲ ਹੋਵੇ B&R ਬ੍ਰਾਂਚ ਦੀ ਹੋਵੇ ਜਾਂ ਫਿਰ ਆਪਾਂ ਗੱਲ ਕਰੀਏ ਕਿ ਜੋ ਵੀ ਜਿਨ੍ਹਾਂ ਨੇ ਵੀ ਜਿਹੜਾ ਹੈ ਮੇਨਟੇਨੈਂਸ ਦਾ ਦੇਖਣਾ ਹੁੰਦਾ ਹੈ, ਜਿਨ੍ਹਾਂ ਨੇ ਸੀਵਰੇਜ ਲਾਈਨਸ ਦਾ ਦੇਖਣਾ ਹੁੰਦਾ ਹੈ, ਕਿ ਇਸ ਦੀ ਜ਼ਿੰਮੇਵਾਰੀ ਕੌਣ ਲਏਗਾ? ਜੇਕਰ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਹੈ ਤੇ ਕੌਣ ਜਵਾਬਦੇਹੀ ਹੋਏਗਾ, ਕਿਸ ਤੇ ਜਿਹੜੀ ਹੈ ਬਣਦੀ ਕਾਰਵਾਈ ਕੀਤੀ ਜਾਏਗੀ? ਬਾਰ-ਬਾਰ ਜਿਹੜੇ ਸਵਾਲ ਜਿਹੜੇ ਇਹੀ ਖੜੇ ਹੁੰਦੇ ਆ ਤੇ ਲਗਾਤਾਰ ਜਦ ਇਹੋ ਜਿਹੇ ਹਾਦਸੇ ਵਾਪਰਦੇ ਨੇ, ਇਸੇ ਚੀਜ਼ ਨੂੰ ਲੈ ਕੇ ਲੋਕਾਂ ਨੂੰ ਵੀ ਇਹ ਚਿੰਤਾ ਸਤਾਉਂਦੀ ਹੈ ਕਿ ਜਦ ਇਹੋ ਜਿਹੇ ਹਾਦਸੇ ਵਾਪਰਨਗੇ ਤੇ ਆਖਿਰਕਾਰ ਜਿਹੜਾ ਹੈ ਉਸ ਦੀ
ਜ਼ਿੰਮੇਵਾਰੀ ਕੌਣ ਲਏਗਾ। ਬਿਲਕੁਲ ਜੇ ਆਪਾਂ ਗੱਲ ਕਰੀਏ ਦੀਪਨਗਰ ਦੇ ਇਸ ਇਲਾਕੇ ਦੀ ਸੜਕ ਬਾਰੇ, ਤੇ ਜਿਹੜੀ ਸੜਕ ਹੈ 50 ਸਾਲ ਪੁਰਾਣੀ ਸੀਵਰੇਜ ਲਾਈਨ ਦੀ ਜਿਹੜੀ ਹੈ ਮਿਆਦ ਪੂਰੀ ਹੋ ਗਈ। ਇਸ ਇਲਾਕੇ ਦੀ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਿਸ ਇਲਾਕੇ ਦੇ ਵਿੱਚ ਇਹ ਸੜਕ ਧੱਸੀ ਹੈ ਉੱਥੇ ਜਿਹੜਾ 24 ਇੰਚ ਦੀ ਸੀਵਰੇਜ ਲਾਈਨ ਕਰੀਬ 50 ਸਾਲ ਪਹਿਲਾਂ ਜਿਹੜੀ ਹੈ ਵਿਛਾਈ ਗਈ ਸੀ। ਮਿਆਦ ਪੂਰੀ ਹੋਣ ਕਰਕੇ ਇੱਥੇ ਲੀਕੇਜ ਦੀ ਸਮੱਸਿਆ ਹੈ, ਇਸ ਲਈ ਥਾਂ ਥਾਂ ਤੇ ਜਿਹੜੀ ਹੈ ਸੜਕਾਂ ਬੈਠਣ ਦੇ ਹਾਦਸੇ ਹੋ ਰਹੇ ਨੇ। ਮਗਰ ਨਗਰ ਨਿਗਮ ਵੱਲੋਂ ਜਿਹੜੀ ਹੈ ਇਸ ਦੀ ਜਾਂਚ ਨਹੀਂ ਕਰਵਾ ਰਿਹਾ, ਨਗਰ ਨਿਗਮ ਜਿਹੜਾ ਇਸ ਦੀ ਕੋਈ ਵੀ ਜਾਂਚ ਨਹੀਂ ਕਰਵਾ ਰਿਹਾ। 6 ਅਕਤੂਬਰ 2019 ਨੂੰ ਇਸੇ ਸੜਕ ਦੀ ਮੇਨ ਐਂਟਰੀ ਤੇ ਜਿਹੜਾ ਹੈ ਮੇਅਰ ਬਲਕਾਰ ਸਿੰਘ ਸੰਧੂ ਦੇ ਪੁਰਾਣੇ ਘਰ ਦੇ ਠੀਕ ਸਾਹਮਣੇ ਜਿਹੜਾ ਸੀਵਰੇਜ ਲੀਕੇਜ ਦੇ ਕਾਰਨ ਸੜਕ ਧੱਸੀ ਸੀ। ਇਸ ਦੇ ਵਿੱਚ ਜਿਹੜਾ ਫੋਰਚੂਨਰ ਗੱਡੀ ਜਾ ਫਸੀ ਸੀ ਤਾਂ ਉਦੋਂ ਵੀ ਜਿਹੜਾ ਉਦੋਂ ਵੀ ਇਹੀ ਗੱਲ ਹੋ ਰਹੀ ਸੀ ਕਿ ਸੀਵਰੇਜ ਮੇਨ ਲਾਈਨ ਨੂੰ ਉਸੇ ਜਗ੍ਹਾ ਤੋਂ ਠੀਕ ਕਰਕੇ 3 ਮਹੀਨੇ ਤੱਕ ਜਿਹੜਾ ਇਸ ਸੜਕ ਨੂੰ ਬੰਦ ਕਰ ਦਿੱਤਾ ਗਿਆ ਸੀ। ਤੇ ਉਸ ਤੋਂ ਬਾਅਦ ਕੀ ਹੋਇਆ ਕਿ ਇੱਥੇ ਜਿਹੜੀ ਹੈ ਇੱਕ ਸੀਮੈਂਟਡ ਕੰਕਰੀਟ ਦੀ ਜਿਹੜੀ ਹੈ ਸੜਕ ਬਣਾ ਦਿੱਤੀ ਗਈ। ਬੀਤੀ ਰਾਤ ਇਹ ਵੀ ਗੱਲ ਹੋ ਰਹੀ ਹੈ ਇਲਾਕਾ ਨਿਵਾਸੀਆਂ ਨੇ ਪਾਣੀ ਦਾ ਕਨੈਕਸ਼ਨ ਲੈਣ ਲਈ ਜਿਹੜਾ ਪਲੰਬਰ ਨੂੰ ਬੁਲਾਇਆ, ਸੜਕ ਖੋਦਣੀ ਚਾਹੀ ਤੇ ਉਦੋਂ ਜਿਹੜਾ ਸੜਕ ਅੰਦਰੋਂ ਤੋਂ ਖੋਖਲੀ ਲੱਗੀ। ਉਹਨਾਂ ਨੇ ਕੰਮ ਉੱਥੇ ਹੀ ਰੋਕ ਜਿਹੜਾ ਮਕਾਨ ਮਾਲਕ ਨੂੰ ਦੱਸ ਦਿੱਤਾ ਕਿ ਸੜਕ ਜਿਹੜੀ ਹੈ ਖੋਖਲੀ ਲੱਗ ਰਹੀ ਹੈ। ਉਹਨਾਂ ਨੇ ਸੂਚਨਾ ਵੀ ਜਿਹੜੀ ਹੈ ਨਗਰ ਨਿਗਮ ਨੂੰ ਦੇ ਦਿੱਤੀ ਸੀ, ਮਗਰ ਮੌਕੇ ਤੇ ਜਿਹੜਾ ਹੈ ਕੋਈ ਨਹੀਂ ਪਹੁੰਚਿਆ। ਤੇ ਉਸ ਤੋਂ ਬਾਅਦ ਜਿਹੜਾ ਸਵੇਰੇ ਹਾਦਸਾ ਹੋ ਜਾਂਦਾ ਹੈ। ਹਾਦਸੇ ਦੇ ਵਿੱਚ ਜਿਹੜੇ ਐਕਟਿਵਾ ਸਵਾਰ ਬੱਚੇ ਜਿਹੜੇ ਇਸ ਗੱਡੇ ਦੇ ਵਿੱਚ ਡਿੱਗ ਜਾਂਦੇ ਨੇ। ਹੁਣ ਬਾਰ-ਬਾਰ ਜਿਹੜੇ ਸਵਾਲ ਇੱਕੋ ਹੀ ਖੜੇ ਹੁੰਦੇ ਇਲਾਕਾ ਨਿਵਾਸੀਆਂ ਵੱਲੋਂ ਵੀ, ਕਿਉਂਕਿ ਬਾਰ-ਬਾਰ ਲੋਕਾਂ ਨੂੰ ਇਹੀ ਲੱਗਦਾ ਕਿ ਜਦ ਅਗਰ ਹਾਦਸੇ ਇਹੋ ਜਿਹੇ ਵਾਪਰਦੇ ਨੇ ਜ਼ਿੰਮੇਵਾਰੀ ਕੌਣ ਲਏਗਾ। ਤੇ ਹੁਣ ਜੇਕਰ ਗੱਲ ਕੀਤੀ ਜਾਵੇ ਫਿਰ ਚਾਹੇ ਗਲਤੀ ਕਿਸੇ ਦੀ ਵੀ ਹੋਵੇ, ਨਗਰ ਨਿਗਮ ਵੱਲੋਂ ਕਹਿ ਤਾਂ ਦਿੱਤਾ ਜਾਂਦਾ ਹੈ ਕਿ ਕਾਰਵਾਈ ਜਿਹੜੀ ਹੈ ਸ਼ੁਰੂ ਹੋਵੇਗੀ, ਨੋਟਿਸ ਭੇਜੇ ਜਾ ਚੁੱਕੇ ਨੇ, ਪਰ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੈ? B&R ਬ੍ਰਾਂਚ ਦੀ ਜਾਂ O&M ਦੀ ਆਪਾਂ ਗੱਲ ਕਰੀਏ ਉਹਨਾਂ ਦੀ ਜ਼ਿੰਮੇਵਾਰੀ ਹੈ। ਤੇ ਜੇ ਅਗਰ ਜੋ ਵੀ ਜ਼ਿੰਮੇਵਾਰ ਪਾਇਆ ਜਾਂਦਾ ਹੈ, ਜਿਸ ਦੀ ਵੀ ਇਸ ਦੇ ਵਿੱਚ ਗਲਤੀ ਪਾਈ ਜਾਂਦੀ ਹੈ, ਤੇ ਉਸ ਤੇ ਜਿਹੜੀ ਹੈ ਕਾਰਵਾਈ ਕਿਉਂ ਨਹੀਂ ਹੁੰਦੀ? ਕਿਉਂਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹੋ ਜਿਹੇ ਜਿਹੜੇ ਨੇ ਹਾਦਸੇ ਜਿਹੜੇ ਆ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ। ਲਗਾਤਾਰ ਜਿਹੜੇ ਹੈ ਇਹੋ ਜਿਹੇ ਸੜਕ ਧੱਸਣ ਦੇ ਮਾਮਲੇ ਸਾਹਮਣੇ ਆਏ ਨੇ। ਲੋਕਾਂ ਦੀ ਜਿਹੜੀ ਹੈ ਜਾਨ ਇਸੇ ਤਰੀਕੇ ਨਾਲ ਜੋਖਮ ਦੇ ਵਿੱਚ ਵੀ ਪੈਂਦੀ ਨਜ਼ਰ ਆਈ ਹੈ, ਪਰ ਉਸ ਤੋਂ ਬਾਵਜੂਦ ਜਿਹੜਾ ਜ਼ਮੀਨੀ ਪੱਧਰ ਤੇ ਕਾਰਵਾਈ ਕਿਸੇ ਤੇ ਵੀ ਹੁੰਦੀ ਨਜ਼ਰ ਨਹੀਂ ਆਈ। ਕੈਮਰਾਮੈਨ ਸਾਗਰ ਗਾਗੜ ਦੇ ਨਾਲ ਮੈਂ ਕਲਪਨਾ ਮੌਰਿਆ, ਵੇਖਦੇ ਰਹੋ ਦਾ ਸਿਟੀ ਹੈਡਲਾਈਨਸ।